थोड़ा जा ਉਹਦੇ ਬਾਰੇ ਇਤਿਹਾਸ ਕਹਿ ਕੇ ਖਿਮਾ ਮੰਗ ਲਵਾਂਗਾ। ਸੰਸਾਰ ਦਾ ਸੁਭਾਅ ਹੈ, ਅਸਲ ਦੇ ਨਾਲ ਨਾਲ ਨਕਲ ਵੀ ਜਿਹੜੀ ਹੈ ਉਹ ਭਾਰੂ ਰਹੀ ਹੈ, ਸ਼ੁਰੂ ਤੋਂ ਹੀ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੁਦ ਬਾਣੀ 'ਚ ਲਿਖਿਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਜੀ ਦੇ ਸਮੇਂ ਹੀ ਬਾਣੀ ਦੀ ਨਕਲ ਹੋਣੀ ਸ਼ੁਰੂ ਹੋ ਗਈ। ਕੱਚੀ ਬਾਣੀ ਜਿਹੜੀ ਹੈ ਉਹ ਪ੍ਰਚਲਿਤ ਹੋ ਗਈ। ਕੱਚੀ ਬਾਣੀ ਦੀਆਂ ਬੜੀਆਂ ਪੰਗਤੀਆਂ ਅੱਜ ਵੀ ਪ੍ਰਚਲਿਤ ਨੇ, ਸਾਡੇ ਵਿੱਚ ਨੇ, ਔਰ ਅਸੀਂ ਉਸ ਕੱਚੀ ਬਾਣੀ ਨੂੰ ਗੁਰੂ ਦੀ ਬਾਣੀ ਸਮਝਦੇ ਹਾਂ। ਜਿਵੇਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਿੱਚ ਪਾ ਦਿੱਤਾ ਤੇ ਸੁਣਨ ਵਾਲਾ ਸੋਚਦਾ ਹੈ ਵੀ ਇਹ ਬਾਣੀ ਗੁਰੂ ਦੀ ਹੈ, ਇਹ ਗੁਰੂ ਦੀ ਬਾਣੀ ਹੈ। ਪਰ ਇਹ ਬਾਣੀ ਗੁਰੂ ਦੀ ਨਹੀਂ ਹੈ। ਵਿਆਹਾਂ ਦੇ ਉੱਤੇ ਕਾਰਡ ਜਿਹੜੇ ਲੋਕ ਛਪਾਉਂਦੇ ਆ ਉਹਦੇ ਉੱਤੇ ਲਿਖਿਆ ਹੁੰਦਾ ਸਤਿਗੁਰ ਦਾਤੇ ਮਿਹਰ ਜਾ ਕੀਤੀ, ਇਸ ਤਰ੍ਹਾਂ ਕਰਕੇ ਲਿਖਿਆ ਹੁੰਦਾ। ਇਹ ਵੀ ਬਾਣੀ ਗੁਰੂ ਦੀ ਨਹੀਂ ਹੈ। ਉਸ ਸਮੇਂ ਵੀ ਨਕਲ ਪ੍ਰਚਾਰ ਹੋਣਾ ਸ਼ੁਰੂ ਹੋਇਆ। ਲੋਕ ਆਪਣੇ ਕੋਲੋਂ ਬਾਣੀ ਰਚ ਕੇ ਇਹ ਕਹਿ ਦਿੰਦੇ ਵੀ ਇਹ ਬਾਣੀ ਗੁਰੂ ਦੀ ਹੈ। ਗੁਰੂ ਅਮਰਦਾਸ ਜੀ ਨੂੰ ਲਿਖਣਾ ਪਿਆ, ਉਚਾਰਨਾ ਪਿਆ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਇਹਨੂੰ ਧਿਆਨ ਨਾਲ ਸੁਣਿਓ। ਕੱਚੀ ਬਾਣੀ ਪੜ੍ਹਨ ਦਾ ਨੁਕਸਾਨ ਕੀ ਹੈ, ਪਹਿਲਾਂ ਇਸ ਗੱਲ ਨੂੰ ਸਮਝਿਓ। ਕੱਚੀ ਬਾਣੀ ਪੜ੍ਹਨ ਦਾ ਨੁਕਸਾਨ, ਗੁਰਬਾਣੀ ਦੇ ਵਿੱਚ ਲਗਾ ਮਾਤਰ ਦਾ ਵੀ ਫਰਕ ਪੈ ਜੇ ਨਾ, ਲਗਾ ਮਾਤਰ ਦਾ ਵੀ, ਉਹਦਾ ਵੀ ਅਧਿਆਤਮਕ ਜੀਵਨ ਦੇ ਉੱਤੇ ਨੁਕਸਾਨ ਹੈ, ਨੁਕਸਾਨ ਹੈ। ਤੇ ਜਿਹੜੀ ਬਾਣੀ ਬਿਲਕੁਲ ਪੜ੍ਹ ਲੈਣੀ ਦੂਸਰੀ ਤੇ ਭੁਲੇਖੇ 'ਚ ਪੜ੍ਹੀ ਜਾਣੀ ਵੀ ਇਹ ਗੁਰੂ ਦੀ ਬਾਣੀ ਹੈ, ਉਹਦੇ ਨਾਲ ਕੀ ਹੁੰਦਾ ਹੈ, ਕੱਚੀ ਬਾਣੀ ਪੜ੍ਹ ਕੇ ਖਾਲਸਾ ਜੀ ਸਾਡਾ ਕਲਿਆਣ ਨਹੀਂ ਸੀ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਗੁਰੂ ਅਮਰਦਾਸ ਜੀ ਨੇ ਟੂਕ ਮਾਤਰ ਬਾਣੀ ਵਿੱਚ ਇਹ ਲਿਖ ਦਿੱਤਾ। ਗੁਰੂ ਅਰਜਨ ਦੇਵ ਜੀ ਦਾ ਵੇਲਾ ਆਇਆ, ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੋਕ ਕੋਲੋਂ ਹੀ ਬਾਣੀ ਬਣਾਈ ਜਾਂਦੇ ਆ। ਹੁਣ ਵੀ ਆਦਤ ਹੈ, ਬੜੇ ਲੋਕ ਕੋਲੋਂ ਹੀ ਬਾਣੀ ਬਣਾਉਂਦੇ ਆ। ਗੁਰੂ ਸਾਹਿਬ ਜੀ ਦੀ ਬਾਣੀ ਦੀ ਨਕਲ ਕਰਕੇ ਉਸ ਬਾਣੀ ਦਾ ਨਾਮ ਅਵਤਾਰ ਬਾਣੀ ਰੱਖ ਦੇਣਾ, ਨਕਲ ਕਰਨੀ ਗੁਰੂ ਦੀ ਬਾਣੀ ਦੀ। ਕਹਿੰਦੇ ਮਹਾਰਾਜ ਤੁਹਾਡੀ ਬਾਣੀ ਅਸੀਂ ਪੜ੍ਹਨੀ ਹੁੰਦੀ ਪਰ ਸਾਨੂੰ ਪਤਾ ਨਹੀਂ ਲੱਗਦਾ ਵੀ ਤੁਹਾਡੀ ਬਾਣੀ ਕਿਹੜੀ ਹੈ ਕਿ ਦੂਜੀ ਬਾਣੀ ਕਿਹੜੀ ਹੈ। ਉਹਦਾ ਕਾਰਨ ਇਹ ਹੈ ਵੀ ਜਦੋਂ ਗੀਤਾ ਆਰੰਭ ਹੋਈ ਸੀ ਨਾ, ਤੇ ਪਿਆਰਿਓ 8000 ਸ਼ਲੋਕ ਸੀ ਗੀਤਾ ਦਾ, ਪਰ ਹੁਣ ਗੀਤਾ ਦਾ 24000 ਸ਼ਲੋਕ ਹੈ। ਉਹ ਕਿਵੇਂ ਹੋ ਗਿਆ? ਇਹ ਵਿਸ਼ਾ ਬੜੇ ਧਿਆਨ ਨਾਲ ਸੁਣਨ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਉਂ ਕਰਨੀ ਪਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ? 8000 ਸ਼ਲੋਕ ਤੋਂ 24000 ਸ਼ਲੋਕ ਹੋ ਗਿਆ। ਜਿਹੜਾ ਮੂਲ ਸ਼ਲੋਕ ਹੈ ਉਹ 8000 ਹੈ। ਇਹਦਾ ਇਹ ਭਾਵ ਹੈ ਵੀ 24000 ਕਿਸੇ ਨੇ ਰਲ ਗਲ ਪਾਈ ਹੋਏਗੀ ਜਾਂ ਹੋਰ ਗ੍ਰੰਥਾਂ ਤੋਂ ਲਿਆ ਕੇ ਪਾ ਦਿੱਤੇ ਗਏ। ਨੁਕਸਾਨ ਇਸੇ ਤਰ੍ਹਾਂ ਬਾਣੀ ਦਾ ਵੀ ਹੋਣਾ ਸੀ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ
ਗੁਰੂ ਅਰਜਨ ਸਾਹਿਬ ਨਾ ਕਰਦੇ ਪਿਆਰਿਓ, ਇਹ ਨੁਕਸਾਨ ਸਾਨੂੰ ਵੀ ਹੋਣਾ ਸੀਗਾ, ਬੜਾ ਨੁਕਸਾਨ ਹੋਣਾ ਸੀ। ਜੇ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾ ਕਰਦੇ, ਅੱਜ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿਹੜੀ ਬਾਣੀ ਗੁਰੂ ਦੀ ਹੈ, ਕਿਹੜੀ ਬਾਣੀ ਆਮ ਕਿਸੇ ਬੰਦੇ ਦੀ ਬਣਾਈ ਹੋਈ ਹੈ। ਸਾਨੂੰ ਪਤਾ ਹੀ ਨਹੀਂ ਸੀ ਲੱਗਣਾ। ਹੁਣ ਸਾਡੇ ਕੋਲ ਮੋਹਰ ਹੈ, ਆਹ ਬਾਣੀ ਗੁਰੂ ਦੀ ਹੈ, ਇਹ ਸ਼ਬਦ ਸਤਿਗੁਰੂ ਦਾ ਹੈ। ਖੈਰੋ ਵਿਚਾਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੋਕ ਆਪਣੇ ਵੱਲੋਂ ਬੜਾ ਕੁਝ ਲਿਖ ਲਿਖ ਕੇ ਵੰਡੀ ਜਾਂਦੇ ਆ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਫੁਰਨਾ ਬਣਾਇਆ। ਫੁਰਨਾ ਕੀ ਬਣਾਇਆ ਕਿ ਹੁਣ ਲੋੜ ਹੈ ਸਾਰੀ ਬਾਣੀ ਇਕੱਠੀ ਕਰ ਦਿੱਤੀ ਜਾਵੇ, ਕਿਸੇ ਸਿੱਖ ਨੂੰ ਭੁਲੇਖਾ ਨਾ ਰਹਿ ਜਾਵੇ। ਇਸ ਕਰਕੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਸ਼ੁਰੂ ਕੀਤੀ ਜੀ। ਥੋੜ੍ਹਾ ਜਿਹਾ ਪੰਛੀ ਝਾਤ ਇਤਿਹਾਸ ਦੀ ਆਪਾਂ ਮਾਰਾਂਗੇ। ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਸਨ। ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲੈਣੀਆਂ ਸੌਖਾ ਕੰਮ ਨਹੀਂ ਸੀਗਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪ ਗਏ, ਆਪ ਜਾ ਕੇ ਪੋਥੀਆਂ ਲੈ ਕੇ ਆਏ। ਸਿੱਖਾਂ ਨੂੰ ਕਿਹਾ, ਸਿੱਖੋ ਉਹ ਜਗ੍ਹਾ ਲੱਭੋ ਜਿਹੜੀ ਬਿਲਕੁਲ ਇਕਾਂਤ ਹੋਵੇ, ਕੋਈ ਆਉਂਦਾ ਜਾਂਦਾ ਨਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਗ੍ਹਾ ਲੱਭੀ ਹੈ, ਰਾਮਸਰ ਸਾਹਿਬ। ਮੈਂ ਅਕਸਰ ਹੀ ਇਹ ਗੱਲ ਸੋਚਦਾ ਹੁੰਦਾ ਸਾਂ ਵੀ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਉੱਥੇ ਐਤਵਾਰ ਵੇਖ ਲਈਏ ਜਾਂ ਅੱਗੋਂ ਪਿੱਛੋਂ ਵੀ ਵੇਖ ਲਈਏ, ਖਾਸ ਕਰਕੇ ਐਤਵਾਰ ਵਾਲੇ ਦਿਨ ਹਜ਼ਾਰਾਂ ਲੋਕ ਲਾਈਨਾਂ 'ਚ ਲੱਗ ਕੇ ਮੱਥਾ ਟੇਕਦੇ ਆ। ਹਜ਼ਾਰਾਂ ਲੋਕ। ਰਾਮਸਰ ਸਾਹਿਬ 5-7 ਹੀ ਸਰੀਰ ਹੁੰਦੇ ਆ, ਫਰਕ 100 ਕਦਮਾਂ ਦਾ ਵੀ ਨਹੀਂ ਹੈ। ਬਿਲਕੁਲ ਲਾਗੇ ਸ਼ਹੀਦਗੰਜ ਸਾਹਿਬ ਹੈ ਤੇ ਬਿਲਕੁਲ ਲਾਗੇ ਰਾਮਸਰ ਸਾਹਿਬ ਹੈ, ਫਰਕ 100 ਕਦਮਾਂ ਦਾ ਵੀ ਨਹੀਂ ਹੈ। ਕੀ ਕਾਰਨ ਹੈ? ਅਸਲ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀ, ਇਹ ਰਾਮਸਰ ਸਾਹਿਬ ਇਕਾਂਤ ਵਾਲੀ ਜਗ੍ਹਾ ਹੈ, ਇੱਥੇ ਥੋੜ੍ਹੇ ਸਰੀਰ ਆਉਣ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਉਣਾ ਆਰੰਭ ਕਰਦੇ ਆ। ਜਦੋਂ ਆਰੰਭ ਕੀਤਾ ਨਾ, ਤੇ ਬਾਬਾ ਬੁੱਢਾ ਜੀ ਨੂੰ ਆਖਿਆ ਵੀ ਤੁਸੀਂ ਸੰਗਤ ਨੂੰ ਦਰਬਾਰ ਸਾਹਿਬ ਰੋਕਣਾ, ਰਾਮਸਰ ਵਾਲੇ ਪਾਸੇ ਕੋਈ ਨਾ ਆਵੇ, ਅਸੀਂ ਇਹ ਕੰਮ ਸ਼ਾਂਤੀ ਨਾਲ ਕਰਨਾ, ਇਕਾਗਰਤਾ ਨਾਲ ਕਰਨਾ ਹੈ। ਕੁਦਰਤੀ ਹੈ, ਜੇ ਕਿਸੇ ਨੇ ਅੰਦਰ ਦੀ ਤਰੱਕੀ ਲੈਣੀ ਹੈ ਜਾਂ ਵਿਸ਼ੇਸ਼ ਕੰਮ ਕਰਨਾ, ਸ਼ਾਂਤੀ ਚਾਹੀਦੀ ਹੈ। ਸਿੱਖ ਸੰਗਤਾਂ ਕਹਿੰਦੀਆਂ, ਮਹਾਰਾਜ ਕਿੰਨਾ ਕੁ ਸਮਾਂ ਲੱਗੇਗਾ? ਮਹਾਰਾਜ ਕਹਿੰਦੇ ਕਈ ਸਾਲ ਲੱਗਣੇ ਹੈ ਸਰੂਪ ਲਿਖਣ ਵਾਸਤੇ। ਸਿੱਖ ਕਹਿੰਦੇ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਤੇ ਅਸੀਂ ਅਧੂਰੇ ਹਾਂ, ਸਾਡਾ ਕੀ ਬਣੇਗਾ? ਤੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀ। ਮਹਾਰਾਜ ਕਹਿੰਦੇ, ਸਿੱਖੋ ਦਰਬਾਰ ਸਾਹਿਬ ਦੇ ਆ ਕੇ ਦਰਸ਼ਨ ਕਰ ਲਿਆ ਕਰਿਓ, ਤੁਹਾਨੂੰ ਸਾਡੇ ਦਰਸ਼ਨਾਂ ਦਾ ਫਲ ਮਿਲਿਆ ਕਰੇਗਾ। ਇਹਦਾ ਭਾਵ ਸਮਝਿਓ। ਭਾਵ ਇਹ ਹੈ, ਹਰਿਮੰਦਰ ਸਾਹਿਬ ਦੇ ਜਿਹੜੇ ਦਰਸ਼ਨ ਨੇ ਨਾ, ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨੇ। ਅਜੇ ਉਦੋਂ ਕਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਸੀਗਾ। ਮਹਾਰਾਜ ਨੇ ਬਚਨ ਕੀਤਾ। ਗੁਰੂ ਅਰਜਨ ਸਾਹਿਬ ਜੀ ਇਕਾਂਤ 'ਚ ਬੈਠ ਗਏ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ। ਜਦੋਂ ਲਿਖਾਰੀ ਲਾਇਆ, ਬਾਣੀ ਲਿਖ ਰਹੇ ਆ। ਕੁਝ ਸਾਡੇ ਲੋਕ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਥਾਂ ਥਾਂ 'ਤੇ ਵਿਚਰੇ ਆ ਜੀ, ਉਹ ਭਗਤਾਂ ਦੀ ਬਾਣੀ ਲੈ ਕੇ ਆਏ ਆ। ਪਰ ਜੋ ਮਹਾਂਪੁਰਖਾਂ ਉਥਾਨ ਕਾ ਦਸੀ, ਮੈਂ ਉਹ ਬੇਨਤੀ ਕਰਾਂਗਾ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ, ਇਹਨਾਂ ਦੀ ਬਾਣੀ ਤਾਂ ਮਹਾਰਾਜ ਨੇ ਲਿਖੀ, ਪਰ ਭਗਤਾਂ ਦੀ ਬਾਣੀ ਕਿਵੇਂ ਆਈ ਹੈ? ਇਹਨੂੰ ਧਿਆਨ ਨਾਲ ਸੁਣਿਓ। ਜਿੰਨੇ ਭਗਤ ਸਨ ਨਾ, ਇਹ ਸਾਰੇ ਭਗਤ ਗੁਰੂ ਅਰਜਨ ਦੇਵ ਜੀ ਕੋ ਰਾਮਸਰ ਸਾਹਿਬ ਆਏ ਜੀ। ਤੁਸੀਂ ਕਹੋਗੇ ਉਹ ਕਿਵੇਂ ਆਉਣਗੇ? ਉਹ ਨਹੀਂ ਆ ਸਕਦੇ, ਉਹ ਤੇ ਬੜੇ ਚਿਰ ਪਹਿਲਾਂ ਸਰੀਰ ਤਿਆਗ ਗਏ।
ਪਿਆਰਿਓ ਸਭ ਕੁਝ ਹੋ ਜਾਂਦਾ ਹੈ। ਇਹ ਰੱਬ ਦੇ ਘਰ ਦੀਆਂ ਖੇਡਾਂ ਨੇ, ਸਾਨੂੰ ਨਹੀਂ ਸਮਝ ਆ ਸਕਦੀਆਂ। ਸੂਖਸ਼ਮ ਰੂਪ 'ਚ ਭਗਤ ਆਏ, ਮਹਾਰਾਜ ਬੈਠੇ ਆ, 15 ਗਿਣਤੀ ਹੈ, 15 ਜਣੇ ਆਏ ਆ, ਚਾਨਣ ਹੀ ਚਾਨਣ ਹੋ ਗਿਆ। ਜਦੋਂ ਪੂਰਾ ਚਾਨਣ ਹੋ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜਾਣੀ ਜਾਣ, ਪਤਾ ਸਾਰੀ ਗੱਲ ਦਾ। ਮਹਾਰਾਜ ਪੁੱਛਦੇ ਆ ਵੀ ਤੁਸੀਂ ਕੌਣ ਹੋ? ਭਾਈ ਸੰਤੋਖ ਸਿੰਘ ਜੀ ਲਿਖਦੇ, ਭਗਤ ਕਬੀਰ ਜੀ ਉੱਠੇ। ਉਹ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ, ਜਿਹਨੇ ਵੱਡਾ ਹਰੇ ਰੰਗ ਦੀ ਪੱਗ ਬੰਨੀ ਸੀ ਨਾ, ਬਜ਼ੁਰਗ, ਕਹਿੰਦੇ ਮਹਾਰਾਜ ਇਹਨੂੰ ਲੋਕ ਫਰੀਦ ਕਹਿੰਦੇ ਆ। ਕੰਬਲੀ ਲੈ ਕੇ ਇੱਕ ਬਜ਼ੁਰਗ ਬੈਠਾ ਸੀ, ਕਹਿੰਦੇ ਮਹਾਰਾਜ ਇਹ ਨਾਮਦੇਵ ਜੀ ਬੈਠੇ ਆ। ਮਹਾਰਾਜ ਇਹ ਸੂਰਦਾਸ ਹੈ, ਮਹਾਰਾਜ ਇਹ ਸੈਣ ਹੈ, ਇਹ ਸਦਨਾ ਜੀ ਨੇ, ਇਹ ਪੀਪਾ ਜੀ ਨੇ, ਇਹ ਜੈਦੇਵ ਜੀ ਨੇ, ਇਹ ਤ੍ਰਿਲੋਚਨ ਜੀ ਨੇ, ਤੇ ਇਹ ਨਾਮਦੇਵ ਜੀ ਨੇ। ਸਾਰਿਆਂ ਦੇ ਬਾਰੇ ਦੱਸ ਕੇ ਕਹਿੰਦੇ ਮਹਾਰਾਜ ਮੈਨੂੰ ਲੋਕ ਕਬੀਰ ਕਹਿੰਦੇ ਆ। ਮਹਾਰਾਜ ਬੜੇ ਪ੍ਰਸੰਨ ਹੋਏ। ਤੁਸੀਂ ਮਹਾਰਾਜ ਕਹਿੰਦੇ ਤੁਸੀਂ ਤੇ ਵੱਡੇ ਭਗਤ ਜੇ ਸਾਰੇ, ਦੱਸੋ ਕਿਸ ਕੰਮ ਲਈ ਆਏ ਹੋ? ਸਾਰੇ ਭਗਤ ਹੱਥ ਜੋੜ ਕੇ ਕਹਿੰਦੇ ਗੁਰੂ ਅਰਜਨ ਸਾਹਿਬ, ਦੁਨੀਆ ਦੇ ਲੋਕਾਂ ਨੂੰ ਨਹੀਂ ਪਤਾ, ਸਾਨੂੰ ਪਤਾ ਹੈ, ਤੁਸੀਂ ਖੁਦ ਪਰਮੇਸ਼ਰ ਦਾ ਰੂਪ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ। ਤੇ ਮਹਾਰਾਜ ਤੁਸੀਂ ਗ੍ਰੰਥ ਲਿਖ ਰਹੇ ਹੋ, ਸਾਨੂੰ ਵੀ ਕਦੀ ਕਦੀ ਕੁਦਰਤ ਸਾਡੇ ਚੋਂ ਵੀ ਬੋਲਦੀ, ਪਰਮੇਸ਼ਰ ਦੇ ਬੋਲ ਸਾਨੂੰ ਵੀ ਉਤਰਦੇ ਆ, ਕਿਰਪਾ ਕਰਕੇ ਸੁਣ ਕੇ ਲਿਖ ਦਿਓ। ਮਹਾਰਾਜ ਕਹਿੰਦੇ ਲਿਖਾਓ। ਪਹਿਲਾਂ ਸੁਣਾਏ, 15 ਭਗਤਾਂ ਨੇ ਬੋਲ ਸੁਣਾਏ, ਗੁਰੂ ਅਰਜਨ ਸਾਹਿਬ ਨੇ ਸੁਣੇ, ਉਹ ਮਹਾਰਾਜ ਨੇ ਲਿਖੇ ਜੀ। 4 ਭਗਤ ਹੋਰ ਆਏ ਸਨ, ਉਹ ਜਿਉਂਦੇ ਜਾਗਦੇ ਸਨ, ਸਰੀਰ ਕਰਕੇ ਸਨ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਸਾਡੀ ਬਾਣੀ ਵੀ ਲਿਖੋ। ਮਹਾਰਾਜ ਕਹਿਣ ਲੱਗੇ ਤੁਹਾਡੀ ਬਾਣੀ ਲਿਖਣੀ ਹੈ? ਕਹਿੰਦੇ ਹਾਂ ਮਹਾਰਾਜ। ਮਹਾਰਾਜ ਕਹਿੰਦੇ ਸੁਣਾਓ। ਕਾਨੇ ਨੇ ਸ਼ੁਰੂ ਕੀਤਾ, ਭਗਤ ਕਾਨਾ ਜੀ ਕਹਿੰਦੇ ਮੈਂ ਉਹੀ ਰੇ, ਮੈਂ ਉਹੀ ਰੇ। ਜਦੋਂ ਇਹ ਗੱਲ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ ਕਲਮ ਰੱਖਤੀ। ਭਾਈ ਮਹਾਰਾਜ ਕਹਿੰਦੇ ਨਹੀਂ, ਇਹ ਬਾਣੀ ਨਹੀਂ ਲਿਖਣੀ, ਮੈਂ ਤੇ ਮਕਾਉਣੀ ਹੈ, ਤੇ ਤੇਰੀ ਬਾਣੀ ਮੈਂ ਤੋਂ ਸ਼ੁਰੂ ਹੋ ਰਹੀ ਹੈ, ਇਸ ਕਰਕੇ ਇਹ ਬਾਣੀ ਨਹੀਂ ਲਿਖਣੀ। ਗੁਰੂ ਜੀ ਨੇ ਕੱਚੇ ਤੇ ਅਧੂਰੇ ਪ੍ਰਵਾਨ ਨਹੀਂ ਕੀਤੇ। ਗੱਜ ਕੇ ਆਖੋ, ਜਾਣਾ ਪਿਆ ਉਹਨਾਂ ਨੂੰ। ਚਲੇ ਗਏ ਜੀ, ਉਹ ਜਾਣਾ ਪੈਣਾ ਸੀ। ਕਾਨਾ ਜੀ, ਪੀਲੂ ਜੀ, ਛੱਜੂ, ਸ਼ਾਹ ਹੁਸੈਨ ਚਲੇ ਗਏ ਉੱਥੋਂ। ਭਾਈ ਗੁਰਦਾਸ ਜੀ ਦੇ ਮਨ 'ਚ ਸ਼ੰਕਾ ਆ ਗਿਆ ਵੀ ਗੁਰੂ ਅਰਜਨ ਦੇਵ ਜੀ ਭਗਤਾਂ ਦੀ ਬਾਣੀ ਉਚਾਰਦੇ ਹੈ, ਲਿਖਾਉਂਦੇ ਹੈ, ਇਹਨਾਂ ਨੂੰ ਭਗਤਾਂ ਦੀ ਬਾਣੀ ਕਿਵੇਂ ਆਉਂਦੀ ਹੈ? ਚੇਤਾ ਰੱਖਿਓ, ਭਾਈ ਗੁਰਦਾਸ ਜੀ ਦੇ ਮਨ 'ਚ ਵੀ ਸ਼ੰਕਾ ਆ ਗਿਆ ਸੀ, ਤੇ ਅਸੀਂ ਕੀ ਚੀਜ਼ਾਂ ਹੈਗੀਆਂ ਜੀ। ਭਾਈ ਗੁਰਦਾਸ ਜੀ ਨੇ ਮੂੰਹੋਂ ਨਹੀਂ ਬੋਲਿਆ। ਮਹਾਰਾਜ ਜਾਣਗੇ ਵੀ ਭਾਈ ਗੁਰਦਾਸ ਜੀ ਸੋਚਦੇ ਵੀ ਗੁਰੂ ਅਰਜਨ ਦੇਵ ਜੀ ਬਾਣੀ ਭਗਤਾਂ ਦੀ ਕਿਵੇਂ ਉਚਾਰਦੇ ਆ। ਸਤਿਗੁਰੂ ਜੀ ਨੇ ਕੀ ਕੀਤਾ? ਮਹਾਰਾਜ ਕਹਿੰਦੇ ਗੁਰਦਾਸ ਜੀ ਜਿਸ ਸਮੇਂ ਨਾਲ ਰੋਜ਼ ਆਉਂਦੇ ਹੋ ਨਾ, ਕੱਲ੍ਹ ਨੂੰ ਥੋੜ੍ਹਾ ਸਮਾਂ ਪਹਿਲਾਂ ਆ ਜਾਇਓ। ਭਾਈ ਗੁਰਦਾਸ ਜੀ ਥੋੜ੍ਹਾ ਸਮਾਂ ਪਹਿਲਾਂ ਆਏ, ਤੇ ਕੀ ਵੇਖਦੇ ਆ? ਜਿੱਥੇ ਤੰਬੂ 'ਚ ਗੁਰੂ ਅਰਜਨ ਸਾਹਿਬ ਬੈਠਦੇ ਆ, ਉਸ ਤੰਬੂ 'ਚ ਚਾਨਣ ਹੀ ਚਾਨਣ ਹੈ, ਚਾਨਣ ਹੀ ਚਾਨਣ ਹੈ, ਤੇ ਬੜੇ ਬੜੇ ਵੱਡੇ ਉਮਰਾਂ ਵਾਲੇ ਰੱਬ ਦੇ ਭਗਤ ਬੈਠੇ ਹੋਏ। ਉਹ ਮਹਾਰਾਜ ਨੂੰ ਮਿਲੇ, ਬਾਹਰ ਆਏ। ਭਾਈ ਗੁਰਦਾਸ ਜੀ ਨੇ ਵੇਖਿਆ। ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਨੂੰ ਪੁੱਛਣ ਲੱਗੇ, ਸੱਚੇ ਪਾਤਸ਼ਾਹ ਇਹ ਭਗਤ ਰੋਜ਼ ਹੀ ਤੁਹਾਡੇ ਕੋਲ ਆਉਂਦੇ ਆ? ਮਹਾਰਾਜ ਕਹਿੰਦੇ ਹਾਂ ਭਾਈ ਗੁਰਦਾਸ, ਇਹ ਰੋਜ਼ ਹੀ ਆਉਂਦੇ ਆ। ਮਹਾਰਾਜ ਇਹ ਮੈਨੂੰ ਕਿਉਂ ਨਹੀਂ ਵੇਖਦੇ? ਮਹਾਰਾਜ ਕਹਿੰਦੇ ਗੁਰਦਾਸ ਜੀ ਇਹ ਨਹੀਂ ਤੁਹਾਨੂੰ ਵਿਖਣਗੇ, ਅਸੀਂ ਚਾਹਾਂਗੇ ਤੇ ਤੁਹਾਨੂੰ ਵਿਖਣਗੇ, ਜੇ ਅਸੀਂ ਨਹੀਂ ਚਾਹਾਂਗੇ ਤੇ ਤੁਹਾਨੂੰ ਨਹੀਂ ਵਿਖਣਗੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਮਹਾਰਾਜ ਕਿਰਪਾ ਕਰੋ, ਇੰਨੇ ਇੰਨੇ ਵੱਡੇ ਰੱਬ ਦੇ ਭਗਤ ਨੇ,
महाराज मैं उन्होंने वेख लिया, मैं उन्होंने दर्शन करिया करा। महाराज कहते अज तो बाद तेनों भी विखणगे, पर इहदा हुण ध्यान दिओ। बहुत कुछ हुंदा इत्थे जदों कथा कीर्तन होवे, जरूरी नहीं आपां इन्ने ही बैठे हैं, इत्थे पता ही नहीं है। वो भी आके बह जाते जिन्हां कोल शरीर नहीं हुंदे, वो भी महाराज की हाजरी च बह जाते। मस्कीन जी कथा करते, उन्हां दस्सिया कहंदे जदों कथा हुंदी सी, दो रूहां आके मगर बहिंदियां सन, कथा सुणदियां सन। एक नूं विखण लग पईयां। वो कहंदा मस्कीन जी तुहाडे मगर कोई बैठा हुंदा है? मस्कीन जी कहंदे मेरे मगर कोई नहीं बैठा हुंदा। वो फिर उस जगह ते बैठा, जदों उस जगह ते बैठा उन्होंने चपेड़ वज गई, वो थले डिग गया। बहुत कुछ ऐसा है। भगत आउंदे सन, बाणी लिखाउंदे सन। महाराज ने बड़ी बाणी साध संगत जी लिखी। अज गुरु ग्रंथ साहिब जी का पहला प्रकाश देना है। महाराज जी की जानकारी सारी होनी चाहिए है। सुखमणी साहब उचारिया महाराज ने, रामसर साहब जाओ, एक बन्ने बेरी दे सुखमणी साहब महाराज ने उचारिया, एक बन्ने बैठ के। उदण अमृत वेले भाई गुरदास जी दे कोल चले गए, सैर की। महाराज भाई गुरदास जी नूं कहंदे भाई गुरदास 24,000 सवास ने बंदे दे एक दिन दे। कलयुगी जीव है, बड़ियां भुल्लां हुंदियां ने, इन्नी बंदगी नहीं हो सकती बंदे कोल, 24 घंटे नाम नहीं जप सकदा। अज सचखंड विचों वो बाणी लैके आउणी है, कहन लगे जेड़ी पढ़ के सिख दे 24,000 सवास सफले हो जाण। महाराज ने सुखमणी साहब उचारे। जदों सुखमणी साहब सतगुरां ने उचारिया, 24 अष्टपदियां उचारियां, ते मैं महापुरखां दा बचन सुन रहा सा। वो कहंदे लोक नागमणी दा जिक्र करते हैं, लोक चिंतामणी दा जिक्र करते हैं। किसी ने ना नागमणी वेखी ना चिंतामणी वेखी है, किसी ने नहीं वेखी। पर गुरु अर्जन देव जी ने सुखां दी मणी दिती है। कहण लगे पढ़ी जाओ सुख वधी जाणगे। सुखमणी सुखां दी निध, सुखां दा खजाना सुखमणी साहब। महाराज ने बाणी उचारी। सत्ता ते बलवंड रागी सन, आफर गए हंकार च, कोड़ हो गया। कहंदे महाराज सानू बख्शो। महाराज कहन लगे जिस मूँह नाल गुरु नानक साहब जी दे बारे बुरे बोल बोले है, उसे मूँह नाल गुरु नानक साहब की वडियाई करो। जदों उन्होंने उसे मुख नाल वडियाई की, साध संगत जी उन्हों दा कोड़ दूर होया जी। ते सियाणे गुरमुख जिहड़े सन ना, वो राम कली की वार दा पाठ रोज़ करते सन। क्यों करते सन? नाओ करता कादर करे क्यों बोल होवे जो खीवदा है, सारी बाणी है। एक शब्द तुहानू सारियां नू याद है, धन धन रामदास गुर जिन सिरिया तिन्हें सवारिया। ये जिहड़ा बाणी है, ये शब्द सत्ते ते बलवंडे ने उचारिया। महापुरख कहंदे कहंदे सिंघो रोज़ रहरा साहब दे पाठ तो बाद राम कली की वार दा पाठ कर लिया करो। जे वो पाठ करके सत्ते बलवंडे दा कोड़ दूर हो गया, तुहाडे रोग नहीं दूर होणगे, तुहाडे पाप नहीं दूर होणगे। पढ़िया करो। राम कली की वार उचारी है। चार सिख ने सम्मण मूसन पनंग इन्हां दा उपदेश भी महाराज ने बाणी च उचारिया। हरी लाल ते कृष्ण लाल दो पंडित आए, उन्हां नूं महाराज ने सहस्कृति बाणी का उपदेश दिता है। 4 सलोक लैके आए सी गुरु नानक साहब जी दे। महाराज जी ने इन्हां नूं सहस्कृति बाणी सारी उचार के उपदेश दिता। काशी तो आए सन। महाराज ने भट्टां नूं परवाणिया। भट्ट वो लोग सन जिहड़े अंदर दी शांति चाहुंदे सन, अंदर उन्हां दा शांत नहीं सी हुंदा। गुरु अर्जन देव जी दे दर्शन कीते, मन शांत हो गया। ऐ जदों मन शांत होया उन्हां दा, उन्हां ने फिर कहा
ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਮਹਾਰਾਜ ਨੇ ਭੱਟਾਂ ਦੀ ਬਾਣੀ ਉਚਾਰੀ। ਫਿਰ ਕਮਾਲ ਦੀ ਗੱਲ, ਗੁਰੂ ਅਰਜਨ ਸਾਹਿਬ ਜੀ ਦਾ ਅੰਤਰਯਾਮਤਾ ਵੇਖੋ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਲਿਖੀ ਹੈ ਅੱਜ, ਮਹਾਰਾਜ ਨੇ ਪਹਿਲਾਂ ਹੀ ਉਸ ਰੂਪ ਵਿੱਚ ਜਗ੍ਹਾ ਛੱਡੀ ਹੋਈ ਸੀ, ਪਹਿਲਾਂ ਹੀ ਛੱਡੀ ਸੀ। ਸਮਝਣ ਮਾਤਰ ਮੈਂ ਬੇਨਤੀ ਕਰ ਦਿੰਦਾ, 3.5 ਅੰਗ ਨੇ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਜੀ। ਤੇ ਜਿਨ੍ਹਾਂ ਉਸ ਸਰੂਪ ਦੇ ਦਰਸ਼ਨ ਕੀਤੇ ਉਹਨਾਂ ਮੈਨੂੰ ਦੱਸਿਆ, ਉਹ ਕਹਿੰਦੇ 3.5 ਅੰਗ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਹੀ ਖਾਲੀ ਛੱਡੇ ਹੋਏ ਸਨ। ਉਹਨਾਂ ਨੂੰ ਪਤਾ ਸੀ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇੱਥੇ ਇੱਥੇ ਦਰਜ ਹੋਣੀ ਹੈ। ਮੁੰਦਾਵਣੀ ਲਿਖੀ ਹੈ, ਰੋਜ਼ ਤੁਸੀਂ ਪਾਠ ਕਰਦੇ ਹੋ, ਮੁੰਦਾਵਣੀ ਮਹੱਲਾ 5ਵਾਂ। ਮੁੰਦਾਵਣੀ ਲਿਖੀ ਮਹਾਰਾਜ ਨੇ। ਮੁੰਦਾਵਣੀ ਦਾ ਅਰਥ ਹੈ ਮੋਹਰ ਲੱਗ ਗਈ ਹੈ, ਸਮਾਪਤ ਹੋ ਗਿਆ ਹੈ। ਮੁੰਦਾਵਣੀ ਮਹੱਲਾ 5ਵਾਂ ਉਚਾਰ ਕੇ, ਇੱਕ ਸ਼ਲੋਕ ਉਚਾਰ ਕੇ ਸਤਿਗੁਰਾਂ ਨੇ ਸਮਾਪਤੀ ਕਰਤੀ ਜੀ। ਧਿਆਨ ਨਾਲ ਸੁਣਿਆ। ਜਦੋਂ ਤੇਰਾ ਕੀਤਾ ਜਾਤੋ ਨਾਹੀ ਵਾਲਾ ਸ਼ਲੋਕ, ਕਮਾਲ ਦੀ ਗੱਲ ਹੈ। ਕੋਈ ਬੰਦਾ ਕਿਤਾਬ ਲਿਖਦਾ, ਪੁਸਤਕ ਲਿਖਦਾ, ਆਪਣਾ ਨਾਮ ਲਿਖਦਾ ਵੀ ਮੈਂ ਲੇਖਕ ਹਾਂ, ਲੇਖਕ ਦੇ ਹੱਕ ਰਾਖਵੇਂ ਨੇ। ਪਰ ਗੁਰੂ ਅਰਜਨ ਸਾਹਿਬ ਜੀ ਨੇ ਸਤਿਗੁਰੂ ਜੀ ਦਾ ਸਰੂਪ ਤਿਆਰ ਕੀਤਾ, ਇੱਕ ਜਗ੍ਹਾ ਵੀ ਆਪਣਾ ਨਾਮ ਨਹੀਂ ਲਿਖਿਆ, ਆਪਣਾ ਨਾਮ ਨਹੀਂ ਲਿਖਿਆ। ਆਖਿਆ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋ ਹੀ। ਹੇ ਵਾਹਿਗੁਰੂ, ਤੂੰ ਮੇਰੇ ਤੇ ਮਿਹਰ ਕੀਤੀ ਤੇ ਕੰਮ ਹੋਇਆ। ਅਖੀਰ ਤੇ ਨਾਮ ਦੀ ਮੰਗ ਕੀਤੀ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਭੋਗ ਪਾਤਾ। ਜਦੋਂ ਭੋਗ ਪਾਤਾ ਨਾ, ਰਾਗ ਆ ਗਏ ਮਹਾਰਾਜ ਕੋ। ਕਹਿੰਦੇ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਹੈ, ਤੁਸੀਂ ਸਾਨੂੰ ਮਹਾਰਾਜ ਥਾਂ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ 'ਚ, ਪਰ ਇਹਨਾਂ ਨੂੰ ਗਾਉਣ ਦਾ ਨਹੀਂ ਪਤਾ ਲੱਗਣਾ, ਸਾਡੇ 'ਤੇ ਵੀ ਕਿਰਪਾ ਕਰੋ। ਅਤੇ ਮਹਾਂਪੁਰਖ ਇੱਥੇ ਪ੍ਰਮਾਣ ਦਿੱਤਾ ਸੀ। ਕਹਿੰਦੇ ਜਿਵੇਂ ਕੋਈ ਡਾਕਟਰ ਡਿਸਪੈਂਸਰੀ ਬੰਦ ਕਰ ਗਿਆ, ਟਾਈਮ ਹੋ ਗਿਆ, ਡਿਸਪੈਂਸਰੀ ਬੰਦ ਕਰਤੀ ਉਹਨੇ। ਅਚਾਨਕ ਇੱਕ ਪੇਸ਼ੈਂਟ ਆ ਗਿਆ, ਮਰੀਜ਼ ਆ ਗਿਆ। ਉਹ ਪੇਸ਼ੈਂਟ ਤਰਲਾ ਲੈਂਦਾ ਹੈ, ਕਹਿੰਦਾ ਹੈ ਮੇਰੇ 'ਤੇ ਕਿਰਪਾ ਕਰੋ, ਮੈਨੂੰ ਦਵਾਈ ਦਿਓ, ਮੇਰਾ ਇਲਾਜ ਕਰੋ। ਅਤੇ ਡਾਕਟਰ ਨੂੰ ਡਿਸਪੈਂਸਰੀ ਦੁਬਾਰਾ ਖੋਲ੍ਹਣੀ ਪੈਂਦੀ ਹੈ, ਉਹਦਾ ਇਲਾਜ ਕਰਦਾ। ਮਹਾਂਪੁਰਖ ਕਹਿੰਦੇ ਭੋਗ ਪੈ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ। ਰਾਗਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਡੀ ਵੀ ਕੋਈ ਤਰਤੀਬ ਲਿਖ ਦਿਓ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਰਾਗ ਆ ਕੇ ਬੋਲ ਕੇ ਬੇਨਤੀ ਕਰਦੇ ਆ। ਤੁਸੀਂ ਕਹੋਗੇ ਰਾਗ ਕਿਵੇਂ ਬੇਨਤੀ ਕਰਦੇ ਆ? ਉਹ ਸੁਣ ਲਓ। ਅੱਜ ਵੀ ਉੱਥੇ ਖੇਮ ਕਰਨ ਖੂਹੀ ਮੌਜੂਦ ਹੈ। ਸਿੰਘ ਸਾਰੇ ਪੜਾ ਕੀਤਾ ਸੀ ਸਿੰਘਾਂ ਨੇ, ਅਤੇ ਸੰਤ ਗੁਰਬਚਨ ਸਿੰਘ ਜੀ, ਸੰਤ ਕਰਤਾਰ ਸਿੰਘ ਜੀ, ਵਾਹਿਗੁਰੂ ਸੰਤ ਕਰਤਾਰ ਸਿੰਘ ਜੀ ਸਨ ਗਏ। ਨਿੱਕੀ ਜੀ ਖੂਹੀ ਸੀ, ਉਹਦੇ ਤੋਂ ਸਿੰਘ ਇਸ਼ਨਾਨ ਕਰਦੇ ਸਨ। ਉਹ ਖੂਹੀ ਮਹਾਂਪੁਰਖਾਂ ਕਿਹਾ ਵੀ ਖੂਹੀ ਰਹਿਣ ਦੀਏ ਅਤੇ ਨਲਕਾ ਲਵਾ ਦਈਏ। ਨਲਕੇ ਦਾ ਸਮਾਨ ਆ ਗਿਆ। ਅਗਲੇ ਦਿਨ ਸਿੰਘਾਂ ਨੂੰ ਕਹਿੰਦੇ ਸਮਾਨ ਵਾਪਸ ਕਰਕੇ ਆਓ। ਸਿੰਘ ਕਹਿੰਦੇ ਮਹਾਂਪੁਰਖੋ ਕੀ ਗੱਲ ਹੈ? ਕਹਿੰਦੇ ਗੱਲ ਕੀ ਹੈ? ਰਾਤ ਖੂਹੀ ਸੁਪਨੇ 'ਚ ਆ ਕੇ ਕਹਿੰਦੀ ਹੈ ਮੇਰਾ ਕੀ ਕਸੂਰ ਸੀ, ਮੇਰੇ ਜਲ ਨਾਲ ਸਿੰਘ ਇਸ਼ਨਾਨ ਕਰਦੇ ਸਨ, ਮੇਰੀ ਸੇਵਾ ਤੇ ਰੁਕ ਗਈ ਨਾ। ਕਹਿੰਦੇ ਭਾਈ ਖੂਹੀ ਬੇਨਤੀਆਂ ਕਰਦੀ ਸੀ, ਇਸ ਕਰਕੇ ਨਲਕਾ ਲਾਉਣਾ ਖਤਮ, ਇਹ ਵਿਚਾਰ ਤਿਆਗ ਦਿਓ। ਅੱਜ ਵੀ ਉਹ ਖੂਹੀ ਹੈਗੀ ਹੈ। ਇਹ ਗੁਪਤ ਖੇਡਾਂ ਨੇ। ਰਾਗਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਮਾਲਾ ਹੀ ਲਿਖ ਦਿੰਦੇ ਆ, ਇੱਕ ਰਾਗ ਮਾਲਾ ਲਿਖੀ। ਹੁਣ ਜਿਹੜੇ ਸਹਿਜ ਪਾਠ ਕਰਦੇ ਆ ਉਹਨਾਂ ਨੇ ਸੁਣਿਆ ਹੋਏਗਾ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਦੀ। ਖਾਸਟ ਰਾਗ ਉਨ ਗਾਏ, ਸੰਗ ਰਾਗਨੀ 30, ਸਭੈ ਪੁੱਤਰ ਰਾਗ ਗਨ ਕੇ 18, 10, 20। ਹੁਣ ਆਓ ਇਹਦੀ ਗਿਣਤੀ ਕਰੀਏ। 6 ਰਾਗ ਨੇ, ਇੱਕ ਰਾਗ ਦੀਆਂ 5 ਰਾਗਣੀਆਂ ਨੇ, 6 ਰਾਗਾਂ ਦੀਆਂ 5-5 ਰਾਗਣੀਆਂ 30 ਹੋ ਗਈਆਂ। ਖਸ਼ਟ ਰਾਗ ਓਨ ਗਾਏ, ਸੰਗ ਰਾਗਨੀ 30, 36 ਹੋ ਗਏ।
सबे पुत्र रागन के 18 हैं 10 20 10 ते 20 30 18 48 48 ਤੇ 36 84 ਹੁੰਦਾ ਹੈ। ਮਹਾਂਪੁਰਖ ਕਹਿੰਦੇ ਆ ਭਾਈ ਖਸ਼ਟ ਰਾਗ ਓਨ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ 18 ਹੈ 10 20 ਇਹਦਾ ਭਾਵ ਇਹ ਆ ਅਖੀਰ ਤੇ 84 ਤੇ ਆ ਕੇ ਗੱਲ ਮੁੱਕੀ ਹੈ। ਮਹਾਰਾਜ ਕਹਿੰਦੇ ਭਾਈ ਸ਼ਰਧਾ ਦੇ ਨਾਲ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ, ਇੱਕ ਮਨ ਹੋ ਕੇ ਉਹਦੀ 84 ਲੱਖ ਜੂਨ ਕੱਟੀ ਜਾਏਗੀ। ਸਤਿਗੁਰੂ ਜੀ ਦਾ ਬਚਨ ਸੀ। ਚਲੋ ਜਿਲਤ ਸਾਜੀ ਹੋਈ, 4 ਦਿਨ ਲੱਗੇ ਭਾਈ ਬੰਨੋ ਜੀ ਜਿਲਤ ਸਾਜੀ ਕਰਾ ਕੇ ਲੈ ਕੇ ਆਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ। ਜਿੱਥੇ ਅੱਜ ਰਾਮਸਰ ਸਾਹਿਬ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਜੀ ਤੇ ਸੁਭਾਏਮਾਨ ਕੀਤਾ ਜੀ। ਮੰਜੀ ਤੇ ਗੁਰੂ ਅਰਜਨ ਸਾਹਿਬ ਸੰਗਤ 'ਚ ਪੁੰਜੇ ਬੈਠੇ। ਤੇ ਮੈਂ ਤੁਹਾਨੂੰ ਬੇਨਤੀ ਕਰਾਂ ਪਿਆਰਿਓ, ਆਪਾਂ ਉਹਨਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ ਜਿਨ੍ਹਾਂ ਦੀ ਹਜ਼ੂਰੀ 'ਚ ਗੁਰੂ ਅਰਜਨ ਦੇਵ ਜੀ ਵੀ ਪੁੰਜੇ ਬੈਠਦੇ ਹੁੰਦੇ ਸਨ। ਮਹਾਰਾਜ ਬੈਠੇ, ਸਿੱਖ ਕਹਿੰਦੇ ਮਹਾਰਾਜ ਇਹਨਾਂ ਦੀ ਮਹਿਮਾ ਦੱਸੋ, ਗ੍ਰੰਥ ਸਾਹਿਬ ਜੀ ਦੀ ਮਹਿਮਾ ਦੱਸੋ, ਤੁਸੀਂ ਆਪ ਪੁੰਜੇ ਬੈਠੇ ਜੇ। ਮਹਾਰਾਜ ਨੇ ਮਹਿਮਾ ਦੱਸੀ, ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਮੇਰੇ ਪਿਆਰਿਓ, ਜਿਹੜਾ ਮੇਰਾ ਸਰੀਰ ਹੈ ਨਾ, ਇਹ ਸਾਰੀਆਂ ਥਾਵਾਂ ਤੇ ਨਹੀਂ ਜਾ ਸਕਦਾ। ਧਿਆਨ ਨਾਲ ਸੁਣਿਓ। ਅਜੇ ਮਹਾਰਾਜ ਸਮਰੱਥ ਨੇ, ਜੋ ਚਾਹੁਣ ਕਰ ਸਕਦੇ ਹੈ। ਮੇਰਾ ਸਰੀਰ ਸਭ ਥਾਵਾਂ ਤੇ ਨਹੀਂ ਜਾ ਸਕਦਾ। ਮੈਂ ਚਾਹਾਂ ਅੰਮ੍ਰਿਤਸਰ ਹੋਵਾਂ ਤੇ ਅੰਮ੍ਰਿਤਸਰ ਹੀ ਹੋਵਾਂਗਾ, ਪਰ ਸਮਾਂ ਆਏਗਾ ਸ਼੍ਰੀ ਗੁਰ ਕੇਰ ਸਰੀਰ ਹੈ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹਿ ਹੈ। ਗ੍ਰੰਥ ਸਾਹਿਬ ਸਾਡਾ ਹਿਰਦਾ ਨੇ, ਇਹ ਸਾਰੀਆਂ ਥਾਵਾਂ ਤੇ ਮੌਜੂਦ ਹੋਣਗੇ। ਇਹਨਾਂ ਦਾ ਅਦਬ ਕਰਿਓ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਪਿਆਰਿਓ, ਗ੍ਰੰਥ ਸਾਹਿਬ ਮੇਰੇ ਤੋਂ ਵੀ ਵੱਡੇ ਨੇ। ਇੱਕ ਵਾਰੀ ਪਿਆਰ ਨਾਲ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗ੍ਰੰਥ ਸਾਹਿਬ ਮੇਰੇ ਤੋਂ ਵੀ ਵੱਡੇ ਨੇ। ਮਹਾਰਾਜ ਕਹਿਣ ਲੱਗੇ ਸਾਡੇ ਤੋਂ ਵੀ ਵੱਡੇ ਨੇ। ਜਦੋਂ ਇਹ ਬਚਨ ਕੀਤਾ, ਸਾਧ ਸੰਗਤ ਜੀ ਸਾਰੇ ਸਿੱਖ ਸ਼ਰਧਾ ਬਸ ਹੋ ਗਏ। ਮਹਾਰਾਜ ਫਿਰ ਇਹਨਾਂ ਦਾ ਸਤਿਕਾਰ ਕਿਵੇਂ ਕਰਨਾ, ਤੇ ਧਿਆਨ ਨਾਲ ਸੁਣਿਓ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ, ਜਿੱਥੇ ਤੁਹਾਨੂੰ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਣ, ਬਸ ਵੇਖਦਿਆਂ ਸਾਰੀ ਹੱਥ ਜੋੜ ਕੇ ਸਿਰ ਨਿਵਾਇਆ ਕਰੋ। ਕਹਿਣ ਲੱਗੇ ਸਤਿਕਾਰ ਦਾ ਪਹਿਲਾ ਤਰੀਕਾ ਇਹ ਹੈ, ਜਿੱਥੇ ਦਰਸ਼ਨ ਹੋ ਜਾਣ ਨਾ, ਹੱਥ ਜੋੜ ਕੇ ਸਿਰ ਝੁਕਾ ਲਿਆ ਕਰੋ। ਬੜੇ ਬਚਨ ਮਹਾਰਾਜ ਨੇ ਕੀਤੇ ਸਿੱਖਾਂ ਦੇ ਨਾਲ। ਤੇ ਫਿਰ ਰਾਤ ਦਾ ਸਮਾਂ ਸਾਰੇ ਆਰਾਮ ਕਰਨ ਲੱਗੇ। ਭਾਈ ਸੰਤੋਖ ਸਿੰਘ ਜੀ ਨੇ ਇੱਕ ਗੱਲ ਲਿਖੀ, ਕਹਿੰਦੇ ਮਹਾਰਾਜ ਵਿਚਾਰ ਕਰਦੇ ਆ ਵੀ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਹਨੂੰ ਬਣਾਉਣਾ। ਇਹ ਵੀ ਬੜੀ ਵੱਡੀ ਗੱਲ ਸੀ। ਉੱਥੇ ਪੰਥ ਸੱਦਿਆ ਸੀ। ਉਦੋਂ ਪੰਥ ਕੀ ਸੀ? ਗੁਰੂ ਅਮਰਦਾਸ ਜੀ ਦਾ ਪਰਿਵਾਰ, ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਸਾਰੇ ਆਏ ਸਨ। ਮਹਾਰਾਜ ਨੇ ਕਿਹਾ ਜੇ ਇਹਨਾਂ ਨੂੰ ਗ੍ਰੰਥੀ ਬਣਾ ਦਿੱਤਾ, ਇਹਨਾਂ ਕਹਿਣਾ ਸਾਡੇ ਦਾਦੇ ਦੀ ਵਿੱਚ ਬਾਣੀ ਹੈ, ਸਤਿਕਾਰ ਨਹੀਂ ਕਰਨਾ। ਉੱਥੇ ਬਚਨ ਆਉਂਦੇ ਆ ਇਤਿਹਾਸ ਦੇ, ਨਿਜ ਕੁਲ ਕੋ ਇਨਕੋ ਹੰਕਾਰਾ ਕਰ ਨਾ ਸਕਹੇਂਗੇ ਸੇਵ ਉਦਾਰਾ। ਇਹਨਾਂ ਨੂੰ ਕੁੱਲ ਦਾ ਮਾਣ ਹੈ, ਇਹ ਆਪਣੀ ਕੁੱਲ ਦੇ ਮਾਣ ਕਰਕੇ ਸੇਵਾ ਨਹੀਂ ਕਰ ਸਕਣਗੇ। ਗ੍ਰੰਥ ਸਾਹਿਬ ਜੀ ਦਾ ਸੇਵਾਦਾਰ ਕਿਹਨੂੰ ਹੋਣਾ ਚਾਹੀਦਾ? ਤੇ ਸਾਧ ਸੰਗਤ ਜੀ ਤੁਸੀਂ ਅੰਦਾਜ਼ਾ ਲਾਓ, ਬਾਬਾ ਬੁੱਢਾ ਜੀ ਦੀ ਗੁਰੂ ਅਰਜਨ ਦੇਵ ਜੀ ਫੁੱਲ ਰਿਸਪੈਕਟ ਕਰਦੇ ਆ, ਪੂਰੀ ਇੱਜ਼ਤ ਕਰਦੇ ਆ। ਪਰ ਜੇ ਗ੍ਰੰਥ ਸਾਹਿਬ ਜੀ ਦਾ ਸੇਵਾਦਾਰ ਕਿਸੇ ਨੂੰ ਬਣਾਉਣਾ ਤੇ ਬਾਬਾ ਬੁੱਢਾ ਜੀ ਚੁਣੇ। ਕਹਿੰਦੇ ਆ ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨਹੋ ਮਨ ਨੀਵਾ
ਅਸ ਸੇਵਾ ਵਿੱਚ ਬੁੱਢਾ ਪ੍ਰਵੀਨ। ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਜੀ ਕਰਨਗੇ। ਅਗਲਾ ਦਿਨ ਚੜ੍ਹਿਆ ਭਾਦੋਂ ਸੁਦੀ ਏਕਮ, ਅੱਜ ਵਾਲਾ ਦਿਨ ਆਇਆ ਜੀ। ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਜੀ ਕਰਨਗੇ। ਬਾਬਾ ਬੁੱਢਾ ਜੀ ਦੀ ਆਦਤ ਸੀ ਪਿਆਰਿਓ, ਬਾਬਾ ਬੁੱਢਾ ਜੀ ਮਗਰ ਬਹਿੰਦੇ ਸਨ। ਬਾਬਾ ਜੀ ਨੂੰ ਸੱਦਿਆ, ਸਤਿਗੁਰੂ ਨੇ ਇਸ਼ਾਰੇ ਮਾਤਰ ਗੱਲ ਕੀਤੀ, ਬਾਬਾ ਜੀ ਅੱਜ ਤੁਸੀਂ ਅੱਗੇ ਅੱਗੇ ਤੇ ਅਸੀਂ ਪਿੱਛੇ ਪਿੱਛੇ। ਬਾਬਾ ਜੀ ਜਾਣਦੇ ਤੇ ਸਨ, ਪਰ ਕਹਿਣ ਲੱਗੇ ਮਹਾਰਾਜ ਮੈਨੂੰ ਪਤਾ ਨਹੀਂ ਲੱਗਾ। ਮਹਾਰਾਜ ਕਹਿੰਦੇ ਬਾਬਾ ਜੀ ਗ੍ਰੰਥ ਸਾਹਿਬ ਸੀਸ ਤੇ ਰੱਖੋ ਤੇ ਸੁਦਾ ਸਰ ਦਰਬਾਰ ਸਾਹਿਬ ਲੈ ਕੇ ਚੱਲੋ। ਹੁਣ ਇੱਥੇ ਇੱਕ ਖੇਲ ਲਈ ਧਿਆਨ ਦਿਓ। ਮੈਂ ਆਪਣੀ ਵੀ ਢਿੱਲ ਸਮਝਦਾ ਹਾਂ, ਸਾਰਿਆਂ ਦੀ ਢਿੱਲ ਹੈ। ਕਥਾ ਲਾਈਵ ਜਾਣੀ, ਬੜੀ ਦੂਰ ਜਾਣੀ ਹੈ ਕਥਾ। ਗੁਰੂ ਗ੍ਰੰਥ ਸਾਹਿਬ ਕਿਸੇ ਦੇ ਸੀਸ ਤੇ ਰੱਖਣਾ ਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਚੁਣਿਆ। ਅੱਜ ਅਸੀਂ ਹਰ ਇੱਕ ਦੇ ਸੀਸ ਤੇ ਰੱਖ ਦਿੰਦੇ, ਕੋਈ ਉਹਦੀ ਰਹਿਤ ਨਹੀਂ, ਕੋਈ ਗੱਲ ਨਹੀਂ, ਹਰ ਇੱਕ ਦੇ ਸੀਸ ਤੇ ਰੱਖ ਦਿੰਦੇ। ਇਹ ਕਿਸੇ ਆਮ ਵਿਅਕਤੀ ਨੇ ਕਿਸੇ ਬਾਬਾ ਬੁੱਢਾ ਜੀ ਨੂੰ ਲਾਇਆ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਵੀ ਕੋਈ ਗੱਲ ਨਹੀਂ। ਗੁਰੂ ਅਰਜਨ ਦੇਵ ਜੀ ਨੇ ਲਾਇਆ, ਕਿੱਡੀ ਡੂੰਘਾਈ ਦੀ ਗੱਲ ਸੀ ਮਹਾਰਾਜ ਦੀ। ਫਿਰ ਬਾਬਾ ਬੁੱਢਾ ਜੀ ਉਹ ਸਿੱਖ ਨੇ, ਜਦੋਂ ਗੁਰੂ ਅੰਗਦ ਦੇਵ ਸਾਹਿਬ ਗੁਰੂ ਬਣੇ, ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਸਿਰ ਝੁਕਾਇਆ ਬਾਬਾ ਬੁੱਢਾ ਜੀ ਨੇ। ਜਿੱਥੇ ਬਾਬਾ ਬੁੱਢਾ ਜੀ ਮੱਥਾ ਟੇਕ ਦਿੰਦੇ ਸਨ, ਸਿੱਖ ਸਮਝਦੇ ਸਨ ਇਹ ਗੁਰੂ ਹੈ। ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਬੈਠੇ, ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਸਿਰ ਝੁਕਿਆ ਬਾਬਾ ਬੁੱਢਾ ਜੀ ਦਾ। ਗੁਰੂ ਰਾਮਦਾਸ ਜੀ ਦੇ ਅੱਗੇ ਸਭ ਤੋਂ ਪਹਿਲਾਂ ਸਿਰ ਝੁਕਿਆ ਬਾਬਾ ਬੁੱਢਾ ਜੀ ਦਾ। ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਸਭ ਤੋਂ ਪਹਿਲਾਂ ਸਿਰ ਝੁਕਿਆ ਬਾਬਾ ਬੁੱਢਾ ਜੀ ਦਾ। ਅੱਜ ਸਤਿਗੁਰੂ ਸ਼ਬਦ ਰੂਪ ਵਿੱਚ ਆਏ ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਸੀਸ ਤੇ ਰੱਖੇ ਗਏ ਨੇ। ਭਾਈ ਸੰਤੋਖ ਸਿੰਘ ਲਿਖਦੇ ਆ, ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਚਲੋ ਅਗਾਰੀ ਸੁਦਾ ਸਰਪੰਥ। ਸਾਹਿਬ ਬੁੱਢਾ ਆਗੇ ਕੀਨਾ, ਚਮਰ ਗੁਰੂ ਆਪਣੇ ਕਰ ਲੀਨਾ। ਬਾਬਾ ਬੁੱਢਾ ਸਾਹਿਬ ਨੂੰ ਅੱਗੇ ਕੀਤਾ, ਚੌਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਕੀਤਾ ਜੀ। ਸਹਿਜੇ ਸਹਿਜੇ ਬਾਬਾ ਜੀ ਤੁਰਦੇ ਆ, ਬੜੀਆਂ ਤੂਤੀਆਂ ਨਫੀਰੀਆਂ, ਬੈਂਡ ਵਾਜੇ ਵੱਜੇ। 6 ਸਾਲਾਂ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਮਹਾਰਾਜ ਵੀ ਉਦੋਂ ਸੰਗਤ ਵਿੱਚ ਸ਼ਾਮਲ ਸਨ। ਸਹਿਜੇ ਸਹਿਜੇ ਪਹੁੰਚੇ ਆ ਦਰਬਾਰ ਸਾਹਿਬ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਉਹਨੂੰ ਵਿੱਚ ਸੰਪੂਰਨ ਕਰਾਇਆ। ਫਿਰ ਮਹਾਰਾਜ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੇ ਸਭ ਪੰਥ। ਬਾਬਾ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਮਹਾਰਾਜ ਆਪ ਸੰਗਤ 'ਚ ਬੈਠੇ, ਤੁਸੀਂ ਆਵਾਜ਼ਾਂ ਲਵੋ। ਅੱਜ ਕੱਲ੍ਹ ਹੁਣ ਹੁਕਮਨਾਮਾ ਸ਼ਬਦ ਪ੍ਰਚਲਿਤ ਹੋਇਆ, ਪਹਿਲਾਂ ਹੁਕਮਨਾਮਾ ਨਹੀਂ ਸੀ ਸ਼ਬਦ ਹੁੰਦਾ। ਮਿਸਲਾਂ ਤੱਕ ਇਹ ਸ਼ਬਦ ਰਿਹਾ ਵੀ ਆਵਾਜ਼ਾਂ ਲਵੋ। ਹੁਕਮਨਾਮੇ ਨੂੰ ਗੁਰੂ ਦੀ ਆਵਾਜ਼ ਮੰਨਦੇ ਆ। ਮਹਾਰਾਜ ਕੀ ਬਚਨ ਕਰਦੇ ਆ, ਬਾਬਾ ਜੀ ਆਵਾਜ਼ਾਂ ਲਵੋ, ਤੁਸੀਂ ਆਵਾਜ਼ਾਂ ਲਓਗੇ ਸਾਰਾ ਪੰਥ ਸੁਣੇਗਾ। ਔਰ ਬਿਲਕੁਲ ਸੱਚ 'ਚ ਅੱਜ ਵੀ ਪੰਥ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਸੁਣਦਾ ਹੈ ਜੀ। ਜੋ ਸਤਿਕਾਰ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਦਾ ਹੈ ਸਾਧ ਸੰਗਤ ਜੀ, ਉਹ ਇੱਕ ਵਿਲੱਖਣ ਹੈ। 98 ਸਾਲਾਂ ਦੀ ਬਾਬਾ ਜੀ ਦੀ ਉਮਰ ਸੀ। ਅਦਬ ਸੰਗ ਜਬ ਗ੍ਰੰਥ ਸੋ ਖੋਲਾ, ਬੜੇ ਅਦਬ ਨਾਲ ਬਾਬਾ ਬੁੱਢਾ ਜੀ ਨੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਲੈ ਆਵਾਜ਼ ਬੁੱਢਾ ਮੁਖ ਬੋਲਾ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਵਾ। ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਕੱਲਾ ਪ੍ਰਕਾਸ਼ ਹੀ ਨਹੀਂ ਪਹਿਲੀ ਵਾਰੀ ਹੋਇਆ ਸਾਡੇ ਸਤਿਗੁਰੂ ਜੀ ਦਾ। ਪਿਆਰਿਓ ਹੁਕਮਨਾਮਾ ਵੀ ਪਹਿਲਾ ਹੀ ਹੋਇਆ ਹੁਕਮਨਾਮਾ ਜੀ। ਅੱਜ ਪਹਿਲਾ ਹੁਕਮਨਾਮਾ ਹੈ ਜੀ, ਪਹਿਲੇ ਹੁਕਮਨਾਮੇ ਦਾ ਦਿਨ। ਤੇ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਵੇਖੋ। ਮਹਾਰਾਜ ਨੂੰ ਪਤਾ ਸੀ ਵੀ ਆਉਣ ਵਾਲੇ ਲੋਕ ਸਮੇਂ 'ਚ ਇਹੋ ਜਿਹੇ ਆ ਜਾਣੇ ਆ
जिन्हां ने कहना है जी बंदगी वाले संत गुरमुख प्यारे नहीं हुंदे, ये तो पखंड है। महाराज का पहला हुक्मनामा गुरु ग्रंथ साहब जी का ते संतां दे उत्ते आया जी, बंदगी वालियां ते आया जी। किड्डी वड्डी गल है। संतां दे उत्ते हुक्मनामा गुरु अर्जन देव जी का आया, संतां के कारज आप खलोया। ये शब्द उचारिया भी महाराज ने सरोवर दे विच खलो के सी, ते हुक्मनामा भी पहली बारी आया। जदों अकाल पुरख जी खुद सेवा करन आए हैं ना हरमंदर साहब, जिथे तुसीं हर की पौड़ी वेखदे हो तो कड़ नहीं सी टुटदा। अकाल पुरख जी मिस्त्री बन के आए जी, तन ते झग्गा नहीं सी पाया, वो परना बन्निया सी तेड़, जिन्हों चादर कह लेने, ते बिनू एक सिर ते रखिया सी। ते गुरु अर्जन साहब को सिख भज्जे भज्जे आए। महाराज एक पुरुष आके सेवा कर रहा, ਉਹਦੇ सिर ते टोकरी नहीं खलोंदी, तां टोकरी रहिंदी है, ਉਹਦੇ नाल ਉਹਦੀ सैना भी है, सब देवते आए सन। महाराज गुरु अर्जन साहब कहते असीं वेखदे हैं, जदों महाराज वेखिया ना अकाल पुरख जी नूं सेवा करदे हैं, ते गुरु अर्जन देव जी जान गए ये तां खुद अकाल पुरख ने, कोई होर नहीं है, अकाल पुरख ने। इस करके गुरु अर्जन देव जी ने यह शब्द उचारिया, अकाल पुरख जी दे दर्शन करके संतां के कारज आप खलोया, हर कम करावण आया राम। ये दरबार साहब की धरती शोभनिक हो गई, धरत सुहावी, सरोवर शोभनिक हो गया, ताल सुहावा विच अमृत जल छाया राम। उदों महाराज ने उचारिया सी, मुखवाक हो गया, खुशी मनाई। गुरु अर्जन साहब बाबा जी नूं कहंदे, बाबा जी तुसां गुरु नानक देव जी दे मुखों पाठ सुनिया, अज उवें ही जपजी साहब दा पाठ करो जिवें गुरु नानक साहब जी करते सी। बाबा बुढ़ा जी ने गुरु ग्रंथ साहब जी तो जपजी साहब जी की बाणी का पाठ किया। जदों पाठ किया, कहंदे बाबा जी की आवाज़ एडी बुलंद सीगी, रस इन्ना सीगा, अमृत सरोवर लबालब भरिया, सवेर का समा, उड़दे पंछी भी रुक गए सन बाबा जी की आवाज़ सुन के। ब्रह्म ज्ञानी बोल रहा है, कोई आम पुरुष थोड़ी बोल रहे। महाराज जी का पहला प्रकाश होया, खुशियां वरतियां, सुख आसन वाली गल कह के मैं माफ़ी मंग लैनी है। शाम का समा होया जी, सुख आसन करना, केड़ी जगह चाहिए है। गुरु अर्जन साहब कहते भाल करो, जगह कोई इन्नी वधिया नहीं प्राप्त हुई। महाराज चाहुंदे ते बना भी सकते सी, पर सानू पूरना पाया। की पूरना पाया? साध संगत जी महाराज बाबा बुढ़ा जी नूं कहन लगे, बाबा जी साडा पलंघा जिहड़ा है ना, उत्थे ग्रंथ साहब जी का सुख आसन कर दिओ। महाराज आप जी कित्थे बिराजोगे? बिराजना कहंदे सौण नूं। सतगुरु आप जी कित्थे बिराजोगे? महाराज कहन लगे साडा जिहड़ा बिस्तरा है ना, वो पलंगे दे हेठां विछा दिओ। प्रैक्टिकल करना होवे, प्रैक्टिकल किसी दे बैड थले वड़ के सौ के विखा दिओ, पता लग जाएगा कितना गुम्मा है। बैड थले तो छड्डो, मैं वेख्या अपनी जिंदगी च, सरां च रह रहे हैं, उत्थे 3 जणियां दा बैड है, 5 जने हैं, 2 गद्दे लगे है, थले सौण नूं नहीं कोई तैयार गद्दे ते। कहंदे मैं बैड ते ही सौना है। आखो वाहिगुरू। कहंदे मैं बैड ते ही सोना, तुसीं सोवो थले भुंजे। वो असीं थले भुंजे गद्दे ते सौण नूं तैयार नहीं। ते गुरु अर्जन देव साहब सच्चे पातशाह पलंघे दे हेठां रात आराम करते। अज भी अकाल तख्त साहब कोठा साहब दे अंदर सतगुरु जी का आसन लगदा है। सब तो वध सत्कार बाणी दा श्री गुरु ग्रंथ साहब जी का, धन धन श्री गुरु अर्जन देव जी महाराज जी ने किया जी। ते मैं आ गल ध्यान ना सुन लिओ, साडे ज्ञानी लोग रौला पाउंदे, गुरु ग्रंथ साहब जी की बाणी नूं विचारो,
कोई विचार नहीं चे होने। पहला सतगुरु जी का सत्कार, फिर बाणी पढ़ना सीखो, फिर विचारन की गल आउंदी है। कहना तो जपजी साहब नहीं आउंदा। माइयां नूं पुछ लीए ना किहड़ा पाठ करदी है, कहंदे जी जपजी साहब। तो मैं क्या माई जिहड़ी तू बाणी पढ़दी है तो लिखी नहीं गुरु ग्रंथ साहब च। कहंदी क्यों नहीं लिखी, तू झूठ बोलदा है। मैं जपजी साहब का पाठ करदी। और मैं बेनती की माई जा तू बोल रही जज्जा ते बब्बा जपजी साहब, तो ये पाठ नहीं हैगा, पाठ हैगा जज्जा ते पप्पा। जपजी साहब बाणी महाराज ने उचारी है, जपजी साहब नहीं उचारी। पहला सत्कार है, फिर पढ़ना सीखो, फिर विचारना है। जेड़े कहंदे आ ना सिद्धि विचार कर लो, नहीं साध संगत जी ये बाणी महापुरख की निज घर वासा होए, इदां इन्नी छेती विचार नहीं हुंदी। इहदी गुरु ग्रंथ साहब जी ते भगवान वाली शरधा रखी है। भलाई छत्तीसगढ़ मध्य प्रदेश, उथों दा पिंड है रावां। रावां पिंड दा एक आम जिहा बंदा, असीं उधर दे लोकां नूं भईए कह लैंदे, उथों दा वसनीक आया। सारे धार्मिक स्थानां दी उन्हें यात्रा की। हरमंदर साहब आया, थोड़े दिन रहा। उन्हें वेख्या भी ये की है, भी सोने चांदी दी पालकी च लैके जांदे आ, सोने चांदी दी पालकी च लैके आउंदे आ, सवेरे शाम ये काम करदे। उन्हें सिखां नूं पुछया भी ये कौन ने, उन्हों तो किताब ही जापदी है, ये कौन ने? वो कहंदा ये साडे गुरु ने। कहंदा गुरु की हुंदा? कहंदे भगवान। कहंदा अच्छा ये भगवान ने? कहंदा हाँ। कहंदा जो मंगीए दे देंदे आ? कहंदे हाँ दे देंदे आ। कहंदा फिर ठीक है, ये भगवान मेरे घर जा सकते हैं? वो कहंदे जा सकते हैं। उदों इन्ना नहीं सी हुंदा, माई सेवा बाजार दे विचों सरूप मिल जांदा हुंदा सी। उन्हें महाराज का सरूप लिया, ट्रेन च रखिया, अपने पिंड रामे लै गया। जदों उत्थे पहुँचया, प्यारिओ की माहौल बनिया। ना उन्होंने महाराज का सरूप पढ़ना आउंदा, ना सेवा करनी आउंदी है। उन्हें वेख्या दरबार साहब चंदोआ साहब लगा, उन्हें चादर लाती, उत्ते चादर बन्नती। लक्कड़ का पीढ़ा साहब वो रखता, उत्ते महाराज का सरूप रख लिया। सवेरे प्रकाश कर दिया करे, रात नूं सुखासन कर दिया करे। ना हुक्मनामा, ना पढ़ना, ना कुछ भी नहीं आउंदा। ते आरती करया करे महाराज दी, आरती धूफ दिखाया करे। कहंदा मेरे भगवान ने जो मंगदा सी उहनूं मिल जांदा सी। वो अपने खेतां च काम कर रहा सी, किसी ने उहदे कन्न च आके आवाज़ मारी, ओ भाई तेरे घर नूं अग लग गई है। साध संगत जी वो बड़ा हैरान होया, रोन लग पिया, धावा मार के रोया। पिंड वाले कहंदे घर नवां बना देंगे, घर दी इन्नी काहदी गल है, रोंदा क्यों है? वो कहंदा रोंदा इस करके है, उस घर च मेरे भगवान हैगे सीगे। ते लागो कहंदा जे भगवान सी ते भगवान थोड़ी सड़दा हुंदा, तू फिर चल। घर वेख्या राख परां करदा है, सड़ियां लकड़ां परां करदा है। ते साध संगत जी जिथे सतगुरां दा प्रकाश सी ना, सुभाएमान कीता पीड़ा साहब ते। कहंदे पीड़े दा वाहिगुरू पीड़ा साहब दा पावा सी ना जेड़ा, उहदे तक अग आई सी, पावा थोड़ा सड़िया होया सी। मानो महाराज ने दसना होवे भी अग इत्थे आई सीगी। पर जदों अगे होया, महाराज दे स्वरूप दे दर्शन कीते, सारा घर राख होया पिया सी। गुरु ग्रंथ साहब विच ज्यों दी त्यों सन जी। पता क्यों? ओदी भगवान वाली भावना सी। अज शॉर्ट सर्किट हुंदे आ, बेदबियां हुंदियां ने। क्यों हुंदियां ने? साडी भगवान वाली भावना नहीं हैगी जी। वो भगवान मनदा सीगा, वो रौला पै गया उत्थे पिंड च भी एक इहो जी किताब है जिहड़ी सड़दी नहीं अग च। संत जरनैल सिंह जी उस इलाके च कथा करन गए सन। साध संगत जी महापुरखां ने कथा दौरान फिर जदों गलबात कीती सिंघां दे नाल, उत्थों दे लोकां नाल, उन्हां लोकां ने दस्सिया जी इत्थे किहो जी किताब है जिहड़ी अग च नहीं सड़दी।
ਉਹ ਮਹਾਂਪੁਰਖ ਕਹਿੰਦੇ ਵੇਖੀਏ ਜਾ ਕੇ। ਜਦੋਂ ਸੰਤ ਜਰਨੈਲ ਸਿੰਘ ਜੀ ਨੇ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ ਜੀ। ਸਾਰੀ ਗੱਲ ਸੁਣੀ। ਉੱਥੇ ਫਿਰ ਗੁਰਦੁਆਰਾ ਸਾਹਿਬ ਬਣਾਇਆ ਜੀ। ਇਹ ਸਾਰਾ ਘਰ ਸੜ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਵੇਂ ਹੀ ਰਿਹਾ ਜੀ। ਕਿਉਂ? ਕਿਉਂਕਿ ਉਹਦੀ ਭਾਵਨਾ ਰੱਬ ਵਾਲੀ ਸੀਗੀ। ਆਪਾਂ ਵੀ ਭਾਵਨਾ ਇਹ ਰੱਖੀਏ, ਸੱਚੇ ਪਾਤਸ਼ਾਹ ਨੂੰ ਅਰਦਾਸ ਕਰੀਏ, ਮਹਾਰਾਜ ਸਾਡੇ ਅੰਦਰ ਉਹ ਭਾਵਨਾ ਬਣੇ। ਐਵੇਂ ਨਹੀਂ ਬਣਦੀ। ਮੈਂ ਸੱਚੀ ਗੱਲ ਕਹਿ ਰਿਹਾ। ਬੰਦੇ ਤੇ ਸ਼ਰਧਾ ਬਣਾਉਣੀ ਸੌਖੀ 'ਚ, ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਬਣਾਉਣੀ ਔਖੀ ਹੈਗੀ ਹੈ। ਇਮਾਨਦਾਰੀ ਨਾਲ ਵੇਖ ਲਓ। ਬੰਦਿਆਂ ਤੇ ਛੇਤੀ ਸ਼ਰਧਾ ਵੱਜਦੀ ਹੈ, ਬੰਦਿਆਂ ਦੇ ਮਗਰ ਛੇਤੀ ਲੱਗਦੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਬਣਾਉਣੀ ਔਖੀ ਹੋ ਜਾਂਦੀ ਹੈ। ਭਾਵਨਾ ਰੱਖਣੀ ਹੈ। ਗੁਰੂ ਗ੍ਰੰਥ ਸਾਹਿਬ ਪ੍ਰਤੱਖ ਪਰਮੇਸ਼ਰ ਹਨ, ਸਾਡੇ ਸਤਿਗੁਰੂ ਹਨ, ਸਾਡੇ ਮਾਲਕ ਹਨ। ਆਓ ਮੇਰੇ ਨਾਲ ਇਹ ਪੰਕਤੀ ਪੜ੍ਹੋ, ਫਿਰ ਦਾਸ ਖਿਮਾ ਮੰਗੇਗਾ। ਸਾਰੀ ਸੰਗਤ ਗੱਜ ਕੇ ਕਹੋ ਜੀ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਇਹਦਾ ਭਾਵ ਸਮਝਿਓ। ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹਰੀ ਦੀ ਮੂਰਤ ਨੇ। ਪ੍ਰਤੱਖ ਹਰੀ ਨੇ ਜਿਹੜੇ ਅੰਮ੍ਰਿਤ ਬਚਨ ਸਾਨੂੰ ਸੁਣਾਉਂਦੇ ਆ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਸਤਿਗੁਰ ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਪੜ੍ਹਨਾ ਸੌਖਾ ਹੈ, ਭਾਵਨਾ ਬਣ ਜੇ ਬੜੀ ਵੱਡੀ ਗੱਲ ਹੈ। ਸਤਿਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਅੱਜ ਦੇ ਦਿਨ ਤੁਹਾਡਾ ਪਹਿਲਾ ਪ੍ਰਕਾਸ਼ ਹੋਇਆ, ਪਹਿਲਾ ਹੀ ਹੁਕਮਨਾਮਾ ਆਇਆ ਜੀ। ਸੱਚੇ ਪਾਤਸ਼ਾਹ ਸਾਡੀ ਭਾਵਨਾ ਬਣੇ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਜਿੰਨੇ ਵੀ ਆਪ ਜੀ ਆਏ ਹੋ, ਆਪ ਜੀ ਨੂੰ ਗੁਰੂ ਘਰ ਵੱਲੋਂ ਸਤਿਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ, ਬੇਅੰਤ ਬੇਅੰਤ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।